महान विद्वान भाई कान सिंह जी नाभा बड़े सुंदर शब्द सतगुरु राम सिंह सच्चे पातशाह जी बारे लिखते ने। सिक्खी बाग खिजा जद ग्रसिया, भया पत्तर बिन साया, रूप बसंत दा धार के बाबा दिन बसंत दे आया। ओ बसंती माही दी आमद जो हर घर विच खेड़ा लैके आई, हिंदुस्तान वास्ते नवा संदेश लैके आई। इस धरती ते वसन वाले बशिंदियां वास्ते उन्हां दे पैरां दे गुलामी दे संगल तोड़न वास्ते उन्हां ने नवा प्रोग्राम अपनी खलकत नूं दिता, अपने लोकां नूं दिता। उन्हां दा इतिहास आपां लड़ीवार सरवण कर रहे हैं। कल तक आप जी ने सरवण किया सी कि सतगुरु राम सिंह सच्चे पातशाह फौज तो बाद कौतक करते हुए रजा दे मालक अपने इस स्थान दे उत्ते श्री भैणी साहिब पिंड दे विच पहुँच जाते हैं। सतगुरु जी एक मस्ती दे रोह दे विच हन जदों दा आपां फौज दे विचों उन्हां दा इतिहास सरवण करना शुरू किया। मस्ती वास्ते जो डेफिनेशन है, जो परिभाषा दिती जाती है, ਉਹਦੇ ਵਿੱਚ कई वार असीं उलझ जाते हाँ ਜਾਂ भुल जाते हाँ कि मस्ताना शब्द ਜਾਂ मस्ती आ जानी ਉਹਦਾ मतलब ये है कि वाल खलार लेने, सिर घुमा लेना, किसी वजद विच हो जाना। पर ये अर्थ जदों असीं इतिहास पढ़ते हैं ਜਾਂ विचारते हाँ तो ये पता लगता कि ये अर्थ नहीं, ये अधूरे हैं। असल विच मस्ती का अर्थ जिहड़ा है वो है भौ ते लोभ तो मुक्त हो जाना, ना किसी का भाव रहना तो ना किसी तरह का कोई जिहड़ा लोभ है वो अंदर रहना। सतगुरु राम सिंह सच्चे पातशाह जिस अवस्था दे विच 1 साल रहे फौज तो आउण तो बाद इत्थे श्री भैणी साहिब इस मस्त अवस्था दे विच रहे, वो सानू दसदी है कि सतगुरु जी किस तरह विचरते पे हैं। इसे पिंड का एक जिमीदार दे घर एक बंदा होर जिमीदार जिहड़ा वो आया होया है। सतगुरु राम सिंह सच्चे पातशाह ਚੱਕਰ हत्थ दे विच चढ़ाउंदे ने। वो आप निहंग ਸਿੰਘਾਂ ਦੇ ਦਸਤਾਰਾਂ ਦੇ ਉੱਤੇ ਵੇਖੇ ਹੋਣਗੇ ਚੱਕਰ। ਉਹ ਚੱਕਰ ਸਤਗੁਰੂ ਜੀ ਆਪਣੇ ਹੱਥ ਦੇ ਉੱਤੇ ਚੜਾਉਂਦੇ ਨੇ, ਉਹਦੀ ਗਰਦਨ ਤੇ ਮਾਰਦੇ ਆ, ਚੀਰ ਪੈ ਜਾਂਦਾ ਤੇ ਜ਼ੋਰ ਦੇਣੀ ਬਚਨ ਕਰਦੇ ਨੇ, ਖਲੋ ਜਾ ਤੂੰ ਕੁੜੀ ਵੇਚਣ ਵਾਲਿਆ। ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਦਰਦ ਉਸ ਲੜਕੀ ਦਾ, ਜਿਹੜੀ ਲੜਕੀ ਇਸ ਪਿੰਡ ਦੇ ਵਿੱਚ ਵਿਆਹੀ ਆਈ ਹੈ, ਭੈਣੀ ਸਾਹਿਬ ਦੇ ਵਿੱਚ ਵਿਆਹੀ ਆਈ ਹੈ ਤੇ ਜਿਸ ਦੇ ਪਿਤਾ ਨੇ ਉਸ ਨੂੰ ਵੇਚ ਦਿੱਤਾ ਹੈ। ਵੱਟਾ ਕਰਦੇ ਸਨ ਲੋਕ, ਵੇਚਦੇ ਸਨ। सतगुरु राम सिंह सच्चे पातशाह ਉਹਦੇ ਪਿਓ ਨੂੰ ਚੱਕਰ ਮਾਰ ਕੇ ਇਹ ਗੱਲ ਕਹਿੰਦੇ ਨੇ ਕਿ ਤੂੰ ਖਲੋ ਜਾ ਲੜਕੀ ਵੇਚਣ ਵਾਲਿਆ, ਕੁੜੀ ਵੇਚਣ ਵਾਲਿਆ। ਇਹ ਸ਼ਬਦ ਸਤਗੁਰੂ ਜੀ ਉਹਦੇ ਵਾਸਤੇ ਵਰਤਦੇ ਨੇ। ਉਹ ਦੁੱਖ ਹੈ ਉਹ ਧੀਆਂ ਦਾ ਜਿਨ੍ਹਾਂ ਨੂੰ ਵੇਚਿਆ ਜਾਂਦਾ ਹੈ, ਵੱਟਾ ਕੀਤਾ ਜਾਂਦਾ ਹੈ। ਤਾਂ ਸਤਗੁਰੂ ਜੀ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਅਸੀਂ ਇਹ ਸਾਖੀਆਂ ਛੋਟੀਆਂ ਛੋਟੀਆਂ ਇੱਥੇ ਇਸੇ ਹੀ ਸਮੇਂ ਦੇ ਵਿੱਚ ਆਪਾਂ ਜਿਹੜੀਆਂ ਇਹ ਸੁਣਦੇ ਹਾਂ ਕਿ ਉਹ ਕਿਸੇ ਵੀ ਜ਼ਿਮੀਦਾਰ ਦੇ ਸਾਹਮਣੇ ਜਾਂ ਕਿਸੇ ਵੀ ਵੱਡੇ ਤੋਂ ਵੱਡੇ ਬੰਦੇ ਦੇ ਸਾਹਮਣੇ ਉਹਦਾ ਸੱਚ ਜੋ ਹੈ ਉਹ ਸਪਸ਼ਟ ਕਰ ਦਿੰਦੇ ਨੇ। ਤੂੰ ਇਸ ਤਰ੍ਹਾਂ ਦਾ ਹੈ, ਚੋਰੀ ਤੋਂ ਹਟਾਉਂਦੇ ਨੇ, ਯਾਰੀ ਤੋਂ ਹਟਾਉਂਦੇ ਨੇ ਇੱਥੋਂ ਦੇ ਲੋਕਾਂ ਨੂੰ। ਇੱਥੋਂ ਤੱਕ ਹੈ ਇਤਿਹਾਸ ਦੱਸਦਾ ਹੈ ਕਿ ਆਮ ਲੋਕੀ ਹੁੱਕਾ ਪੀਂਦੇ ਸਨ, ਤੰਬਾਕੂ ਖਾਂਦੇ ਸਨ। ਭੈਣੀ ਸਾਹਿਬ ਦੇ ਨੇੜੇ ਤੇੜੇ ਤੰਬਾਕੂ ਜਿਹੜਾ ਸੀ ਉਹ ਬੀਜਿਆ ਜਾਂਦਾ ਸੀ, ਬਾਅਦ ਤੱਕ ਬੀਜਿਆ ਜਾਂਦਾ ਰਿਹਾ। ਆਮ ਲੋਕੀ ਜਿਹੜੇ ਸਨ ਮਾਲਵੇ ਦੇ ਇਹ ਸੇਵਨ ਕਰਦੇ ਸਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਇੱਥੇ ਉਸ ਅਵਸਥਾ ਵਿੱਚ ਵਿਚਰਦੇ ਨੇ ਤਾਂ ਲੋਕ ਆਪਣੇ ਹੁੱਕੇ ਲੁਕਾਉਂਦੇ ਫਿਰਦੇ ਨੇ ਕਿ ਸਾਹਮਣੇ ਉਹ ਸਤਿਗੁਰੂ ਸੱਚੇ ਆ ਰਹੇ ਨੇ, ਉਹਨਾਂ ਨੇ ਹੁੱਕਾ ਤੋੜ ਦੇਣਾ ਤੇ ਹੋ ਸਕਦਾ ਮਾਰਨ ਕੁੱਟਣ ਵੀ, ਡਰਦੇ ਨੇ। ਪਰ ਇਹ ਮਸਤੀ ਦਾ ਭਾਵ, ਮੈਂ ਜਿਹੜਾ ਗੱਲ ਕਹਿਣਾ ਚਾਹੁੰਦਾ ਕਿ ਮਸਤਾਨਾ ਹੋਣ ਦਾ ਭਾਵ ਜਾਂ ਮਸਤੀ ਦਾ ਭਾਵ ਇਹ ਹੈ ਕਿ ਜਦੋਂ ਬਾਬਰ ਨੂੰ ਜਾਬਰ ਕਿਹਾ ਜਾਂਦਾ ਹੈ, ਜਦੋਂ ਤੱਤੀ ਤਵੀ ਤੇ ਹੱਸ ਕੇ ਬੈਠਿਆ ਜਾਂਦਾ ਹੈ, ਉਹਦਾ ਸੇਖ ਜਰਿਆ ਜਾਂਦਾ ਹੈ, ਜਦੋਂ ਚਾਂਦਨੀ ਚੌਂਕ ਦੇ ਵਿੱਚ ਸਿਰ ਕਟਾਇਆ ਜਾਂਦਾ ਹੈ, ਜਦੋਂ ਮਨਸੂਰ ਵਾਂਗੂ ਸੂਲੀ ਨੂੰ ਹੱਸ ਕੇ ਪ੍ਰਵਾਨ ਕੀਤਾ ਜਾਂਦਾ ਹੈ, ਜਦੋਂ ਸਰਮੱਧ ਵਾਂਗੂ ਆਪਣੀ ਚਮੜੀ ਲਵਾਈ ਜਾਂਦੀ ਹੈ, ਇਹ ਸਾਰਾ ਕੁਝ ਉਸ ਮਸਤੀ ਦੇ ਵਿੱਚ ਹੈ। ਨਿਰਭਉ ਤੇ ਲੋਭ, ਨਾ ਭਉ ਹੈ ਕਿਸੇ ਵੀ ਚੀਜ਼ ਦਾ, ਭਾਵੇਂ ਕੈਸੀ ਵੀ ਸਜ਼ਾ ਹੈ, ਤੇ ਨਾ ਕਿਸੇ ਤਰ੍ਹਾਂ ਦਾ ਲੋਭ ਹੈ ਮਨ ਦੇ ਵਿੱਚ। ਉਸ ਮਸਤੀ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵਿਚਰਦੇ ਪਏ ਹਨ। ਤਾਏ ਦਾ ਪੁੱਤ ਭਰਾ ਦਰਬਾਰਾ ਸਿੰਘ ਕਿਸੇ ਦੇ ਖੇਤ ਦੇ ਵਿੱਚੋਂ ਬਾਜਰਾ ਤੋੜ ਲਿਆਉਂਦਾ, ਛਿੱਟੇ ਉੱਤੋਂ ਤੋੜ ਲਿਆਉਂਦਾ
ਤੇ ਸਤਿਗੁਰੂ ਜੀ ਨੂੰ ਛਕਣ ਵਾਸਤੇ ਦਿੰਦਾ। ਸਤਿਗੁਰੂ ਜੀ ਆਂਦੇ, ਦਰਬਾਰਾ ਸਿਆਂ ਇਹ ਨਾ ਛਕੀ, ਮੈਂ ਤਾਂ ਕਦੀ ਵੀ ਨਹੀਂ ਖਾਵਾਂਗਾ, ਇਹ ਪਰਾਇਆ ਹੱਕ ਹੈ, ਪਰਾਇਆ ਧਾਨ ਹੈ, ਤੂੰ ਵੀ ਨਾ ਖਾ। ਉਹਨੂੰ ਵੀ ਰੋਕਦੇ ਨੇ, ਤੂੰ ਵੀ ਨਾ ਖਾ। ਕਿਉਂਕਿ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜਦੋਂ ਭਜਨ ਦਿੱਤਾ ਸੀ, ਗੁਰਗੱਦੀ ਦਿੱਤੀ ਸੀ, ਤਾਂ ਉਦੋਂ ਇਹ ਬਚਨ ਆਪ ਜੀ ਨੇ ਸਰਵਣ ਕੀਤਾ। ਇਹ ਆਖਿਆ, ਜੇ ਭਜਨ ਦਾ ਸਵਾਦ ਲੈਣਾ ਤੇ ਫਿਰ ਪਰਾਇਆ ਹੱਕ ਨਹੀਂ ਖਾਣਾ। ਉਹ ਬਚਨ ਵੀ ਯਾਦ ਹੈ। ਵੈਸੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹਿਲੇ ਸਤਿਗੁਰਾਂ ਦਾ ਵੀ ਇਹ ਉਪਦੇਸ਼ ਹੈ। ਇਸ ਕਰਕੇ ਦਰਬਾਰਾ ਸਿੰਘ ਨੂੰ ਵੀ ਰੋਕਦੇ ਨੇ। ਦਰਬਾਰਾ ਸਿੰਘ ਨੂੰ ਭਾਵੇਂ ਉਹ ਉਮਰ ਦੇ ਵਿੱਚ ਵੱਡਾ ਹੈ, ਉਹਨੂੰ ਆਂਦੇ ਨੇ ਬਿਲਕੁਲ ਨਾ ਖਾ, ਇਹ ਪਰਾਇਆ ਹੱਕ ਹੈ। ਫਿਰ ਕਿਸੇ ਰਾਹਗੀਰ ਨੂੰ ਉਹ ਜਿਹੜਾ ਬਾਜਰਾ ਹੈ ਉਹ ਦਿੱਤਾ ਜਾਂਦਾ ਹੈ। ਉਹ ਨਹੀਂ, ਦਰਬਾਰਾ ਸਿੰਘ ਵੀ ਇਸ ਗੱਲ ਤੋਂ ਜਿਹੜੀ ਹੈ ਤੋਬਾ ਕਰਦਾ ਕਿ ਮੈਂ ਨਹੀਂ ਖਾਵਾਂਗਾ। ਇਸ ਤੋਂ ਬਾਅਦ ਸਤਿਗੁਰੂ ਜੀ ਜਿਹੜੀ ਉਹਨਾਂ ਦੀ ਵਿਵਸਥਾ, ਇਹਦੇ ਵਿੱਚ ਛੋਟੇ ਛੋਟੇ ਹੋਰ ਵੀ ਕਈ ਬਚਨ ਨੇ। ਉਹ ਕਿਸੇ ਜ਼ਿਮੀਂਦਾਰ ਨੂੰ ਜਾ ਕੇ ਰੋਕਦੇ ਨੇ, ਜਾਰੀ ਤੋਂ ਰੋਕਦੇ ਨੇ, ਚੋਰੀ ਤੋਂ ਰੋਕਦੇ ਨੇ। ਉਹਦੇ ਵਿੱਚ ਇੱਕ ਵਚਨ ਬੜਾ ਪਿਆਰਾ ਹੈ। ਪਿਤਾ ਜੱਸਾ ਸਿੰਘ ਨੂੰ ਕਹਿੰਦੇ ਨੇ, ਜਦੋਂ ਮੈਂ ਛੋਟਾ ਜਿਹਾ ਪੰਗੂੜੇ ਦੇ ਵਿੱਚ ਸਾਂ, ਤੁਸੀਂ ਮੇਰੇ ਤੇ ਪੈਰ ਰੱਖਿਆ ਸੀ। ਉਹ ਕਹਿੰਦੇ ਜੀ ਗਲਤੀ ਹੋ ਗਈ। ਉਹ ਆਂਦੇ, ਪਿਤਾ ਸਮਝ ਕੇ ਬਖਸ਼ ਦੇਣਾ, ਪਿਤਾ ਸਮਝ ਕੇ ਬਖਸ਼ ਦੇਣਾ। ਭਾਵ ਉਹ ਛੋਟੀ ਅਵਸਥਾ ਦੇ ਵਿੱਚ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹ ਕਿੰਨੇ ਸੁਚੇਤ ਹੋਣਗੇ, ਤੁਸੀਂ ਇਹ ਸੋਚ ਸਕਦੇ ਹੋ। ਤੇ ਉੱਥੇ ਹੀ ਇਹ ਵੀ ਬਚਨ ਹੈ ਸਤਿਗੁਰੂ ਜੀ ਦਾ ਕਿ ਕੱਲ ਸੰਜੀ ਨੇ ਦੱਸਿਆ ਸੀ ਕਿ ਇੱਥੋਂ ਨੀਲੋ ਤੋਂ ਉਹ ਜਿਹੜਾ ਸਾਧ ਉਹ ਇੱਥੇ ਭੈਣੀ ਸਾਹਿਬ ਆਉਂਦਾ। ਸਤਿਗੁਰੂ ਜੀ ਮਾਤਾ ਜੱਸਾ ਨੂੰ ਕਹਿੰਦੇ ਨੇ, ਲਿਆ ਖੇਸ ਕੱਢ ਕੇ ਡੱਬੀ ਵਾਲਾ, ਉਹ ਡੱਬੀਆਂ ਵਾਲਾ ਖੇਸ ਲਿਆ ਕੱਢ ਕੇ। ਤੇ ਮਾਤਾ ਜੱਸਾ ਕਹਿੰਦੇ ਨੇ ਕਿ ਧੀ ਜਵਾਈ ਆਉਣਗੇ, ਆਪਾਂ ਉਹਨਾਂ ਵਾਸਤੇ ਰੱਖਿਆ। ਜਦੋਂ ਉਹ ਇੱਧਰ ਉੱਧਰ ਕੰਮ ਦੇ ਉੱਤੇ ਲੱਗ ਜਾਂਦੇ ਨੇ ਤੇ ਸਤਿਗੁਰੂ ਜੀ ਕੱਢ ਕੇ ਲਿਆ ਕੇ ਉਸ ਸਾਧ ਦੇ ਕੋਲ ਰੱਖ ਦਿੰਦੇ ਨੇ। ਕਹਿੰਦੇ ਨੇ, ਆ ਭੇਟਾ ਹੈ ਸਾਡੇ ਵੱਲੋਂ। ਤੇ ਕਹਿੰਦੇ ਨੇ, ਸਾਧਾਂ ਦੀ ਸੰਤਾਂ ਦੀ ਸੇਵਾ ਕਰਨਾ ਗ੍ਰਸਤੀ ਦਾ ਫਰਜ਼ ਬਣਦਾ ਹੈ। ਇੱਥੇ ਭੈਣੀ ਸਾਹਿਬ ਦੇ ਵਿੱਚ ਕੋਈ ਵੀ ਆ ਜਾਂਦਾ ਹੈ ਸਾਧ, ਭਾਵੇਂ ਉਹ ਉਸ ਭੇਖ ਦਾ ਨਹੀਂ, ਭਾਵੇਂ ਸਤਿਗੁਰੂ ਜੀ ਦੀ ਵਿਚਾਰਧਾਰਾ ਵਾਲਾ ਨਹੀਂ, ਪਰ ਜੇ ਕੋਈ ਭੁੱਖਾ ਆ ਗਿਆ ਇਸ ਭੈਣੀ ਸਾਹਿਬ ਦੇ ਵਿੱਚ, ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਲੱਭ ਕੇ ਘਰੋਂ ਪ੍ਰਸ਼ਾਦ ਲਿਜਾ ਕੇ, ਘਰੋਂ ਪਦਾਰਥ ਲਿਜਾ ਕੇ ਉਹਦੀ ਝੋਲੀ ਦੇ ਵਿੱਚ ਪਾਉਂਦੇ ਨੇ। ਭਾਵੇਂ ਉਹ ਪੱਕਿਆ ਹੋਇਆ ਹੈ, ਭਾਵੇਂ ਉਹ ਕੱਚਾ ਹੈ, ਜਿਸ ਤਰ੍ਹਾਂ ਦਾ ਜਿਸ ਰੂਪ ਵਿੱਚ ਵੀ ਘਰੋਂ ਪਦਾਰਥ ਮਿਲਦਾ ਉਹ ਉਸ ਦੀ ਝੋਲੀ ਦੇ ਵਿੱਚ ਪਾਉਂਦੇ ਨੇ ਕਿ ਇੱਥੋਂ ਕੋਈ ਭੁੱਖਾ ਨਾ ਜਾਵੇ। ਕਿਉਂਕਿ ਆਉਣ ਵਾਲਾ ਸਮਾਂ ਇਸ ਤਰ੍ਹਾਂ ਦਾ ਹੈ, ਪਤਾ ਹੈ ਕਿ ਇਸ ਧਰਤੀ ਦੇ ਉੱਤੇ ਕਿੱਡਾ ਵੱਡਾ ਲੰਗਰ ਚੱਲਣਾ ਹੈ, ਜਿਸ ਲੰਗਰ ਨੇ ਹਜ਼ਾਰਾਂ ਨਹੀਂ, ਲੱਖਾਂ ਨਹੀਂ, ਕਰੋੜਾਂ ਲੋਕਾਂ ਨੂੰ ਜਿਹੜਾ ਹੈ ਉਹ ਪਦਾਰਥ ਦੇਣੇ ਨੇ, ਭੋਜਨ ਦੇਣਾ, ਪ੍ਰਸ਼ਾਦਾ ਦੇਣਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿਰਫ ਉਹਦੀ ਸਥਾਪਨਾ ਕਰਨ ਤੋਂ ਪਹਿਲਾਂ ਉਹਦੀ ਸ਼ੁਰੂਆਤ ਕਰਦੇ ਪਏ ਨੇ। ਇਸ ਕਰਕੇ ਕੋਈ ਸਾਧ, ਕੋਈ ਸੰਤ, ਕੋਈ ਮੰਗਣ ਵਾਲਾ ਭੈਣੀ ਸਾਹਿਬ ਆਉਂਦਾ ਤੇ ਉਸ ਨੂੰ ਪਦਾਰਥ ਜ਼ਰੂਰ, ਕੋਈ ਨਾ ਕੋਈ ਭੋਜਨ ਜ਼ਰੂਰ ਜਿਹੜਾ ਉਹ ਦਿੱਤਾ ਜਾਂਦਾ ਹੈ। ਇੱਥੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ 1 ਸਾਲ ਦਾ ਸਮਾਂ ਹੈ ਫੌਜ ਤੋਂ ਆਉਣ ਤੋਂ ਬਾਅਦ। ਮਤਲਬ 45 ਦਸੰਬਰ ਦੇ ਵਿੱਚ ਸਤਿਗੁਰੂ ਜੀ ਆਉਂਦੇ ਨੇ, 46 ਸਾਰਾ ਇਸ ਮਸਤੀ ਦੇ ਵਿੱਚ ਰਹਿੰਦੇ ਨੇ। 47 ਦੇ ਵਿੱਚ, 1847 ਦੇ ਵਿੱਚ, 47 ਦੇ ਵਿੱਚ ਫਿਰ ਸੱਚੇ ਪਾਤਸ਼ਾਹ ਜੀ ਇੱਕ ਨਵਾਂ ਕਾਰ ਵਿਹਾਰ ਜਿਹੜਾ ਹੈ ਉਹ ਖੇਤੀ ਦਾ ਕਰਦੇ ਨੇ। ਸੁੱਖੂ ਦੇ ਨਾਲ ਰਲ ਕੇ, ਖੇਮੇ ਦੇ ਨਾਲ ਰਲ ਕੇ ਸਤਿਗੁਰੂ ਜੀ ਖੇਤੀ ਆਰੰਭ ਕਰਦੇ ਨੇ। ਪਰ ਘਰ ਦੇ ਵਿੱਚ ਜਿਹੜੇ ਸੰਦ ਨੇ ਖੇਤੀ ਦੇ, ਉਹ ਤਾਂ ਚਲੋ ਆਪ ਬਣਾ ਲੈਣੇ ਸਨ, ਪਰ ਬਲਦ ਨਹੀਂ ਹੈਗੇ। ਇਸ ਕਰਕੇ ਹੱਸ ਇੱਕ ਗਹਿਣਾ ਹੈ ਗਲ 'ਚ ਪਾਉਣ ਵਾਲਾ, ਤੇ ਇੱਕ ਨੱਥ ਮਾਤਾ ਜੱਸਾਂ ਦੀ, ਇਹ ਵੇਚ ਕੇ 2 ਬਲਦ ਜਿਹੜੇ ਨੇ ਉਹ ਲਿਆਂਦੇ ਜਾਂਦੇ ਨੇ ਤੇ ਖੇਤੀ ਜਿਹੜੀ ਹੈ ਉਹ ਆਰੰਭ ਕੀਤੀ ਜਾਂਦੀ ਹੈ। ਖੇਤੀ ਇੱਥੇ 2 ਸਾਲ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸੁੱਖੂ ਦੇ ਤੇ ਖੇਮੇ ਦੇ ਨਾਲ ਰਲ ਕੇ ਇਸ ਭੈਣੀ ਸਾਹਿਬ ਦੇ ਵਿੱਚ ਖੇਤੀ ਕਰਦੇ ਨੇ। ਫਿਰ ਇੱਕ ਦਿਨ ਸਤਿਗੁਰੂ ਜੀ ਇਸੇ ਹੀ ਮਸਤੀ ਦੇ ਵਿੱਚ ਇੱਕ ਬਚਨ, ਬੜਾ ਵੱਡਾ ਬਚਨ ਹੈ ਜਿਹੜਾ ਉਹ ਇੱਥੇ ਆਉਂਦਾ ਹੈ। ਸਤਿਗੁਰੂ ਜੀ ਇੱਕ ਮਸਤੀ ਦੇ ਵਿੱਚ ਇਹ ਬਚਨ ਕਰਦੇ ਨੇ, ਮੈਨੂੰ ਲੈ ਜਾਣਗੇ ਬਿੱਲੇ, ਮੈਨੂੰ ਲੈ ਜਾਣਗੇ ਦੂਰ। ਫਿਰ ਰੁਕ ਕੇ ਫਿਰ ਕਹਿੰਦੇ, ਮੈਂ ਫਿਰ ਆਵਾਂਗਾ। ਜਦੋਂ ਆਵਾਂਗਾ ਤਾਂ ਬਹੁਤ ਸੰਗਤ ਹੋਵੇਗੀ, ਇੰਨੀ ਭੀੜ ਹੋਵੇਗੀ, ਛਤਰ ਜਿਹੜਾ ਹੈ ਉਹੀ ਦਿਖਾਈ ਦੇਵੇਗਾ। ਭਾਵ ਜਿਹੜਾ ਸਿਰ ਦੇ ਉੱਤੇ ਛਤਰ ਹੈ, ਇੰਨੀ ਭੀੜ ਹੋਵੇਗੀ, ਦੂਰ ਖੜੇ ਲੋਕਾਂ ਨੂੰ ਸਿਰਫ ਛਤਰ ਹੀ ਜਿਹੜਾ ਉਹ ਝੋਲਦਾ ਜਿਹੜਾ ਹੈ ਉਹ ਦਿਖਾਈ ਦੇਵੇਗਾ। ਕੋਈ ਜ਼ੋਰ ਵਾਲਾ ਹੀ ਦਰਸ਼ਨ ਕਰ ਸਕੇਗਾ। ਭੀੜ ਹੀ ਇੰਨੀ ਜ਼ਿਆਦਾ ਹੋਵੇਗੀ ਕਿ ਕੋਈ ਜ਼ੋਰ ਵਾਲਾ ਹੀ ਦਰਸ਼ਨ ਕਰ ਸਕੇਗਾ, ਛਤਰ ਹੀ ਦਿਖਾਈ ਦੇਵੇਗਾ। ਮੈਂ ਫਿਰ ਆਵਾਂਗਾ। ਇਹ ਬਚਨ ਵੀ ਜਿਹੜਾ ਹੈ ਇਸੇ ਭੈਣੀ ਸਾਹਿਬ ਦੀ ਧਰਤੀ ਤੇ ਸਤਿਗੁਰੂ ਜੀ ਕਰਦੇ ਨੇ। ਪਰਿਵਾਰ ਦੀ ਲੋੜ ਮੁਤਾਬਕ ਸਤਿਗੁਰੂ ਜੀ ਨੇ ਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਉਦੋਂ ਬਾਬਾ ਬੁੱਧ ਸਿੰਘ ਦੇ ਰੂਪ ਦੇ ਵਿੱਚ ਨੇ, ਉਹਨਾਂ ਸੋਚਿਆ ਕਿ ਇੱਕ ਕੋਠਰੀ ਜਿਹੜੀ ਹੈ, ਇੱਕ ਕਮਰਾ ਜਿਹੜਾ ਹੋਰ ਛੱਤ ਲਿਆ ਜਾਵੇ। ਇਸ ਕਰਕੇ ਇੱਟਾਂ ਜਿਹੜੀਆਂ ਨੇ ਉਹ ਪੱਥੀਆਂ ਜਾਂਦੀਆਂ ਨੇ ਛੱਪੜ ਦੇ ਕੰਢੇ ਦੇ ਉੱਤੇ। ਜਦੋਂ ਇੱਟਾਂ ਪੱਥੀਆਂ ਜਾਂਦੀਆਂ ਨੇ,
ਇੱਟਾਂ ਬਣਾਈਆਂ ਜਾਂਦੀਆਂ ਨੇ, ਉਹ ਹਜੇ ਕੱਚੀਆਂ ਨੇ, ਉਹਨਾਂ ਨੂੰ ਆਵੀ ਦੇ ਵਿੱਚ ਪਾਉਣਾ ਹੈ। ਤਾਂ ਇਸੇ ਪਿੰਡ ਦਾ ਇੱਕ ਜ਼ਿਮੀਂਦਾਰ ਹਮੀਰਾ ਜਿਹੜਾ ਹੈ ਉਹ ਰੋਕਦਾ ਹੈ ਕਿ ਜੀ ਮੈਂ ਘਰ ਨਹੀਂ ਬਣਨ ਦਿਆਂਗਾ, ਕਿਉਂਕਿ ਸ਼ਾਮਲਾਟ ਦੇ ਵਿੱਚ ਸੀ ਉਹ ਉਹਨਾਂ ਦਾ ਘਰ ਜਿਹੜਾ ਪਹਿਲਾਂ ਵੀ ਸੀ, ਤੇ ਮੈਂ ਨਹੀਂ ਬਣਨ ਦੇਵਾਂਗਾ। ਉਹ ਇਸ ਗੱਲ ਦਾ ਜ਼ੋਰ ਕਰਦਾ ਹੈ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ 2 ਇੱਟਾਂ ਚੁੱਕ ਕੇ ਉਸ ਛੱਪੜ ਦੇ ਵਿੱਚ ਸੁੱਟਦੇ ਨੇ ਕੱਚੀਆਂ, ਤੇ ਉਹ ਇੱਟਾਂ ਜਦੋਂ ਕੱਚੀਆਂ ਮਿੱਟੀ ਜਿਹੜੀ ਹੈ ਉਹ ਪਾਣੀ ਦੇ ਨਾਲ ਲੱਗ ਕੇ ਖੁਰਦੀ ਹੈ, ਤਾਂ ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਇਹ ਗਲੀਆਂ ਨੇ ਐਵੇਂ ਹਮੀਰਿਆ ਗਲੇਗਾ, ਇਹ ਬਚਨ ਕਰਦੇ ਨੇ। ਤੇ ਫਿਰ ਇੱਥੋਂ ਭੈਣੀ ਸਾਹਿਬੋਂ ਸਤਿਗੁਰੂ ਜੀ ਚਲੇ ਜਾਂਦੇ ਨੇ ਰਾਈਆਂ। ਫਿਰ ਦੁਬਾਰਾ ਜਦੋਂ ਸਤਿਗੁਰੂ ਜੀ ਰਾਈਆਂ ਚਲੇ ਜਾਂਦੇ ਨੇ, ਰਾਈਆਂ ਦੇ ਵੀ ਕਈ ਬਚਨ ਨੇ। ਫਿਰ ਜਿਉਣ ਸਿੰਘ ਲੰਬੜਦਾਰ ਦੇ ਨਾਲ ਰਲ ਕੇ ਸਤਿਗੁਰੂ ਜੀ ਨੇ ਉੱਥੇ ਖੇਤੀ ਕੀਤੀ, ਉੱਥੇ ਕੁਝ ਸਮਾਂ ਖੇਤੀ ਕੀਤੀ। ਉੱਥੋਂ ਦਾ ਹੀ ਇੱਕ ਬਚਨ ਹੈ ਕਿ ਲੜਕੀ ਨੰਦਾ, ਬੀਬੀ ਨੰਦਾ, ਉਹ ਆਪਣੇ ਬੀਬੀਆਂ ਦੇ ਨਾਲ ਰਲ ਕੇ ਜਿਵੇਂ ਸਾਗ ਤੋੜਨ ਚਲੀਆਂ ਜਾਂਦੀਆਂ ਨੇ ਬੀਬੀਆਂ, ਕਿਸੇ ਦੇ ਖੇਤ ਵਿੱਚੋਂ ਸਾਗ ਲੈ ਆਉਂਦੀ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਨੰਦਾ ਵਾਪਸ ਕਰਕੇ ਆ ਜਿਹਦੇ ਖੇਤ ਦੇ ਵਿੱਚੋਂ ਤੋੜ ਕੇ ਲਿਆਂਦਾ। ਤੇ ਬੀਬੀ ਨੰਦਾ ਵਾਪਸ ਜਾ ਕੇ ਉਹਦੇ ਘਰੇ ਸਾਗ ਜਿਹੜਾ ਉਹ ਵਾਪਸ ਕਰਕੇ ਆਉਂਦੀ ਹੈ। ਉਹ ਜਿਹੜਾ ਜ਼ਿਮੀਂਦਾਰ ਹੁੰਦਾ ਉਹ ਸਤਿਗੁਰੂ ਜੀ ਨੂੰ ਮੰਨਣ ਵਾਲਾ ਹੁੰਦਾ, ਉਹ ਆਪਣੀ ਝੋਲੀ ਦੇ ਵਿੱਚ ਪਾ ਕੇ ਉਹ ਸਾਗ ਵਾਪਸ ਲਿਆਉਂਦਾ, ਕਹਿੰਦਾ ਜੀ ਮੈਂ ਆ ਲੈ ਕੇ ਆਇਆ, ਬੀਬੀ ਲੈ ਆਈ ਸੀ, ਹੋਰ ਵੀ ਜਦੋਂ ਵੀ ਜੀ ਕਰੇ ਬੀਬੀ ਲੈ ਆਵੇ, ਮੈਂ ਕਦੀ ਵੀ ਇਸ ਗੱਲੋਂ ਇਨਕਾਰ ਨਹੀਂ ਕਰਾਂਗਾ। ਸਤਿਗੁਰੂ ਜੀ ਕਹਿੰਦੇ ਨਹੀਂ, ਪਰਾਇਆ ਹੱਕ ਜਿਹੜਾ ਹੈ ਉਹ ਨਹੀਂ ਲੈਣਾ, ਪਰਾਇਆ ਹੱਕ ਜਿਹੜਾ ਉਹ ਨਹੀਂ ਖਾਣਾ। ਇੱਥੇ ਇਸ ਤਰ੍ਹਾਂ ਦੇ ਬਚਨ ਹੁੰਦੇ ਨੇ। ਪਰ ਇੱਧਰ ਭੈਣੀ ਸਾਹਿਬ ਦੇ ਕੁਛ ਜ਼ਿਮੀਂਦਾਰ ਜਦੋਂ ਹਮੀਰੇ ਨੂੰ ਸਰਾਪ ਹੋ ਜਾਂਦਾ, ਕੁਛ ਹੀ ਦਿਨਾਂ ਦੇ ਬਾਅਦ ਹਮੀਰੇ ਨੂੰ ਐਸੀ ਬਿਮਾਰੀ ਲੱਗਦੀ ਹੈ ਕਿ ਉਹ ਸੱਚਮੁੱਚ ਹੀ ਗਲ ਲੱਗ ਜਾਂਦਾ। ਇਹ ਲੋਕ ਇੱਥੋਂ ਦੇ ਰਹਿਣ ਵਾਲੇ ਜ਼ਿਮੀਂਦਾਰ ਸੱਚਮੁੱਚ ਉਹਦਾ ਸਰੀਰ ਗਲਦਾ ਹੋਇਆ ਵੇਖਦੇ ਨੇ। ਉਹ ਕਹਿੰਦੇ ਨੇ ਉਹ ਸੱਚ ਆਖਿਆ ਸੀ ਸਤਿਗੁਰੂ ਰਾਮ ਸਿੰਘ ਨੇ, ਸੱਚ ਇਹ ਗੱਲ ਆਖੀ ਸੀ। ਫਿਰ ਇਹ ਆਪਣੀ ਗੱਲ ਦੇ ਉੱਤੇ ਜਿਹੜੀ ਇਹਨਾਂ ਨੇ ਸਤਿਗੁਰੂ ਜੀ ਇੱਥੋਂ ਗਏ ਹੁੰਦੇ ਨੇ ਨਾਰਾਜ਼ ਹੋ ਕੇ, ਫਿਰ ਇਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਸਾਡੇ ਪਿੰਡ ਦੀਆਂ ਬਰਕਤਾਂ ਚਲੀਆਂ ਗਈਆਂ। ਉਹ ਜਿਵੇਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਖਡੂਰ ਛੱਡ ਕੇ ਚਲੇ ਜਾਂਦੇ ਨੇ ਨਾ, ਤੇ ਉਹ ਸਾਰੇ ਫਿਰ ਇਕੱਠੇ ਹੋ ਕੇ ਜਾਂਦੇ ਨੇ। ਉਹ ਐਵੇਂ ਫਿਰ ਇੱਥੋਂ ਦਾ ਲਹਿਣਾ ਸਿੰਘ ਤੇ ਇੱਕ ਨਾਮ ਖੀਮਾ, ਇੱਕ ਨਾਮ ਜਿਹੜਾ ਬੁੱਗ ਆਉਂਦਾ, ਇਹ 3 ਹੋਰ ਕੁਛ ਬੰਦੇ ਪਤਵੰਤੇ ਸੱਜਣ ਰਾਈਆਂ ਫਿਰ ਸਤਿਗੁਰੂ ਜੀ ਦੇ ਕੋਲ ਜਾ ਕੇ ਫਰਿਆਦੀ ਹੁੰਦੇ ਨੇ ਕਿ ਕਿਰਪਾ ਕਰੋ। ਲਹਿਣਾ ਸਿੰਘ ਜਿਹੜਾ ਸਭ ਤੋਂ ਅੱਗੇ ਲੱਗ ਕੇ ਕਹਿੰਦਾ, ਪਾਤਸ਼ਾਹ ਮੇਰੀਆਂ 3 ਜਗ੍ਹਾ ਨੇ ਭੈਣੀ ਸਾਹਿਬ ਦੇ ਵਿੱਚ, ਜਿਹੜੀ ਜਗ੍ਹਾ ਤੁਹਾਨੂੰ ਪਸੰਦ ਆਵੇ ਉਹ ਜਗ੍ਹਾ ਦੇ ਉੱਤੇ ਜਾ ਕੇ ਆਪਣਾ ਡੇਰਾ ਕਰੋ, ਉੱਥੇ ਜਾ ਕੇ ਆਪਣੇ ਘਰ ਬਣਾਵੋ। ਤੇ ਸਤਿਗੁਰੂ ਜੀ ਕਹਿੰਦੇ ਲਹਿਣਿਆ ਨਿਭਾਏਗਾ। ਇਸ ਲਹਿਣਾ ਸਿੰਘ ਨੂੰ ਕਹਿੰਦੇ ਨੇ ਨਿਭਾਏਗਾ। ਇਹ ਹੱਥ ਜੋੜ ਕੇ ਆਖਣ ਲੱਗਾ ਜੀ ਮੇਰੇ ਵਿੱਚ ਤਾਕਤ ਨਹੀਂ, ਇਹ ਤਾਂ ਤੁਸੀਂ ਨਿਭਾਉਣੀ ਹੈ। ਜੇ ਤੁਸੀਂ ਚਾਹੁੰਦੇ ਹੋਵੋਗੇ ਨਿਭਾਉਣੀ ਤੇ ਨਿਭ ਜਾਵੇਗੀ, ਤੁਸੀਂ ਨਿਭਾਉਣੀ ਹੈ, ਮੇਰੇ ਵਿੱਚ ਤਾਕਤ ਨਹੀਂ, ਮੈਂ ਐਵੇਂ ਹਾਂ ਕਹਿ ਦਿਆਂ ਕਿ ਮੈਂ ਨਿਭਾਵਾਂਗਾ। ਆਪ ਜੀ ਜਿਸ ਤਰ੍ਹਾਂ ਦਾ ਸਾਂਗ ਵਰਤੋਗੇ, ਜਿਸ ਤਰ੍ਹਾਂ ਦਾ ਚੋਜ ਜਿਹੜਾ ਹੈ ਉਹ ਵਰਤੋਗੇ, ਉਸੇ ਤਰ੍ਹਾਂ ਹੋਣੀ ਹੈ। ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੁਬਾਰਾ ਇਸ ਭੈਣੀ ਸਾਹਿਬ ਦੀ ਧਰਤੀ ਦੇ ਉੱਤੇ ਆਉਂਦੇ ਨੇ ਰਾਈਆਂ ਤੋਂ। ਫਿਰ ਇੱਥੇ ਆਣ ਕੇ ਜਿੰਨਾ ਚਿਰ ਉਹ ਘਰ ਬਣਦੇ ਨੇ ਉਹਨਾਂ ਚਿਰ ਖੇਮਾ ਜਿਹੜਾ ਸੱਚੇ ਪਾਤਸ਼ਾਹ ਦੀ ਮੰਜੀ ਆਪਣੇ ਘਰ ਲੈ ਜਾਂਦਾ। ਉੱਥੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਉਹਦੇ ਘਰ ਉਹਨਾਂ ਸਮਾਂ ਰਹਿੰਦੇ ਨੇ। ਫਿਰ ਇੱਥੇ ਘਰ ਜਿਹੜੇ ਨੇ ਕਮਰੇ ਦੁਆਰਾ ਫਿਰ ਤਿਆਰ ਕੀਤੇ ਜਾਂਦੇ ਨੇ। ਸਤਿਗੁਰੂ ਜੀ ਖੇਤੀਬਾੜੀ ਦਾ ਕੰਮ ਕਰਦੇ ਨੇ। ਇਨ੍ਹਾਂ ਹੀ ਦਿਨਾਂ ਦੇ ਵਿੱਚ ਜਿਹੜੀ ਦੂਜੀ ਗੱਲ ਹੈ ਉਹ ਹੁੰਦੀ ਹੈ ਕਿ ਫਿਰੋਜ਼ਪੁਰ ਵਾਲਾ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਮਾਮੇ ਦਾ ਪੁੱਤਰ ਭਰਾ ਖਜਾਨ ਸਿੰਘ ਜਿਹੜਾ ਹੈ, ਉਹਨੂੰ ਠੇਕਾ ਮਿਲ ਜਾਂਦਾ। ਫਿਰੋਜ਼ਪੁਰ ਛਾਉਣੀ ਜਿਹੜੀ ਹੈ ਉਹ ਅੰਗਰੇਜ਼ ਬਣਾਉਣੀ ਸ਼ੁਰੂ ਕਰਦਾ। ਉਸ ਛਾਉਣੀ ਦਾ ਠੇਕਾ ਜਦੋਂ ਉਹਨੂੰ ਮਿਲਦਾ ਤਾਂ ਉਹਨੇ ਫਿਰ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਉਹਨੇ ਸੱਦ ਲਿਆ ਕਿ ਆਪਾਂ ਸਾਰੇ ਜਾਣੇ ਚੱਲਦੇ ਹਾਂ, ਕੰਮ ਬਹੁਤ ਵੱਡਾ ਹੈ ਅਤੇ ਉੱਥੇ ਜਾ ਕੇ ਇਹ ਕੰਮ ਜਿਹੜਾ ਹੈ ਉਸ ਨੂੰ ਜਿਹੜਾ ਹੈ ਉਹ ਪੂਰਾ ਕੀਤਾ ਜਾਵੇ। ਉਹ ਛਾਉਣੀ ਦਾ ਕੰਮ ਪੂਰਾ ਕਰਨ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ, ਬਾਬਾ ਬੁੱਧ ਸਿੰਘ ਦੇ ਰੂਪ ਦੇ ਵਿੱਚ ਹੋਰ ਰਿਸ਼ਤੇਦਾਰ ਜਿਹੜੇ ਨੇ ਇਹ ਸਾਰੇ ਹੀ ਇਕੱਠੇ ਹੋ ਕੇ ਉਸ ਫਿਰੋਜ਼ਪੁਰ ਜਾਂਦੇ ਨੇ। ਅਤੇ ਇਕੱਠੇ ਹੀ ਉਹ ਸਾਡਾ ਇਤਿਹਾਸਕਾਰ ਲਿਖਦਾ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਇਕੱਠਾ ਹੀ ਲੰਗਰ ਪੱਕਦਾ ਅਤੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਹੜਾ ਉਹ ਕੀਤਾ ਹੋਇਆ। ਅਤੇ ਸਤਿਗੁਰੂ ਜੀ ਜਦੋਂ ਕੰਮ ਤੋਂ ਵਿਹਲੇ ਹੁੰਦੇ ਨੇ ਪਾਠ ਕਰਦੇ ਨੇ ਅਤੇ ਕਈ ਪਾਠਾਂ ਦੇ ਭੋਗ ਇੱਥੇ ਫਿਰੋਜ਼ਪੁਰ ਸਤਿਗੁਰੂ ਸੱਚੇ ਪਾਤਸ਼ਾਹ ਅਤੇ ਪਰਿਵਾਰ ਵੱਲੋਂ ਪਾਏ ਜਾਂਦੇ ਨੇ। ਵਾਰ-ਵਾਰ ਜਦੋਂ ਵੀ ਕੋਈ ਵਿਹਲਾ ਹੁੰਦਾ ਉਹੀ ਗ੍ਰੰਥ ਸਾਹਿਬ ਦਾ ਜਿਹੜਾ ਹੈ ਪਾਠ ਕਰਦਾ ਅਤੇ ਜਦੋਂ ਭੋਗ ਪਾਉਂਦੇ ਨੇ ਪ੍ਰਸ਼ਾਦ ਜਿਹੜਾ ਹੈ ਉਹ ਸਾਧ ਸੰਗਤ ਨੂੰ ਵਰਤਾਇਆ ਜਾਂਦਾ ਹੈ। ਇੱਥੇ ਇੱਕ ਹੋਰ ਬੜਾ ਪਿਆਰਾ ਵਚਨ ਹੈ। ਮਾਮਾ ਹਰੀ ਸਿੰਘ, ਸਾਰੇ ਜਦੋਂ ਪਰਿਵਾਰ ਰਾਤ ਨੂੰ ਸੌਂਦਾ ਹੈ ਅਤੇ ਮਾਮਾ ਹਰੀ ਸਿੰਘ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਕਹਿੰਦੇ ਹਨ ਕਿ ਰਾਮ ਸਿੰਘ ਤੂੰ ਮੇਰੇ ਨੇੜੇ ਨਹੀਂ ਸੌਂਦਾ, ਤੂੰ ਆਪਣੀ ਮੰਜੀ ਬੜੀ ਦੂਰ ਜਾ ਲੈ ਜਾਂਦਾ।
ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਮਾਮਾ ਜੀ ਤੁਸੀਂ ਗੱਲਾਂ ਬਹੁਤ ਕਰਦੇ ਹੋ, ਇਸ ਕਰਕੇ ਭਜਨ 'ਚ ਵਿਘਨ ਪੈਂਦਾ। ਤੁਸੀਂ ਗੱਲਾਂ ਬੜੀਆਂ ਕਰਦੇ ਹੋ, ਭਜਨ 'ਚ ਵਿਘਨ ਪੈਂਦਾ, ਇਸ ਕਰਕੇ ਮੈਂ ਮੰਜੀ ਆਪਣੀ ਦੂਰ ਲੈ ਜਾਂਦਾ ਕਿ ਫਿਰ ਰਾਤ ਜਿਹੜਾ ਹੈ ਉਹ ਭਜਨ ਕੀਤਾ ਜਾਵੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਇੱਥੇ ਭੈਣੀ ਸਾਹਿਬ ਵੀ ਹਨ, ਜਦੋਂ ਅਸੀਂ ਇਸ ਨੂੰ ਮਸਤੀ ਦੀ ਉਹ ਇੱਕ ਸਾਲ ਕਹਿ ਸਕਦੇ ਹਾਂ, ਜਦੋਂ ਉਸ ਤਰ੍ਹਾਂ ਦਾ ਉਹਨਾਂ ਨੇ ਕੌਤਕ ਵਰਤਾਇਆ ਹੋਇਆ, ਉਦੋਂ ਵੀ ਉਹਨਾਂ ਦਾ ਬਹੁਤਾ ਸਮਾਂ ਜਿਹੜਾ ਸੀ ਉਹ ਉਹਦੇ ਵਿੱਚ ਹੀ ਭਜਨ ਬੰਦਗੀ ਦੇ ਵਿੱਚ ਹੀ ਗੁਜ਼ਰਦਾ ਹੈ। ਇਹਨਾਂ ਦਿਨਾਂ ਦਾ ਹੀ ਗੱਲ ਜ਼ਿਕਰ ਜਿਹੜਾ ਹੈ ਸਾਡਾ ਇਤਿਹਾਸਕਾਰ ਕਰਦਾ ਹੈ ਕਿ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜਿਹੜੇ ਹਨ ਉਹ 5 ਬੰਦਿਆਂ ਜਿੰਨਾ ਕੰਮ ਕਰਦੇ ਨੇ। ਭਾਵ ਕਿਉਂਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਹੁਤਾ ਸਮਾਂ ਬਾਹਰ ਬੈਠ ਕੇ ਭਜਨ ਕਰਦੇ ਨੇ। ਜਦੋਂ ਘਰੋਂ ਨਿਕਲਦੇ ਨੇ, ਸਵੇਰ ਦੇ ਨਿਕਲੇ ਤੇ ਉਹ ਸਿਰਫ ਪ੍ਰਸ਼ਾਦਾ ਛਕਣ ਆਉਂਦੇ ਨੇ, ਫਿਰ ਭਜਨ ਕਰਨ ਤੁਰ ਜਾਂਦੇ ਨੇ। ਤੇ ਵਾਈ ਖੇਤੀ ਦਾ ਕੰਮ ਜਿਹੜਾ ਹੈ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਵੀ ਜਿਹੜਾ ਕੰਮ ਹੈ ਉਹ ਬਾਬਾ ਬੁੱਧ ਸਿੰਘ ਹੁਰੀ ਜਿਹੜੇ ਹਨ ਉਹ ਚੁੱਪ ਕਰਕੇ ਕਰਦੇ ਰਹਿੰਦੇ ਨੇ। ਜਿੱਥੇ ਉਹ ਗੱਡਾ ਚਲਾਉਂਦੇ ਨੇ, ਉਹ ਮਾਲ ਦਾ ਵਪਾਰ ਕਰਦੇ ਨੇ, ਇੱਧਰੋਂ ਸਮਾਨ ਖਰੀਦਦੇ ਨੇ, ਉੱਧਰ ਜਾ ਕੇ ਵੇਚ ਦਿੰਦੇ ਨੇ। ਇਸ ਤਰ੍ਹਾਂ ਦਾ ਵਿਹਾਰ ਵੀ ਉਹਨਾਂ ਦਾ ਹੈਗਾ ਨਾਲ। ਤੇ ਨਾਲ ਆਪਣਾ ਪਿਤਾ ਪੁਰਖੀ ਜਿਹੜਾ ਕਾਰਜ ਹੈ ਰੰਬੇ ਬਣਾਉਣੇ, ਕਈਆਂ ਬਣਾਉਣੀਆਂ, ਦਾਤਰੀਆਂ ਬਣਾਉਣੀਆਂ, ਇਸ ਤਰ੍ਹਾਂ ਦਾ ਕਾਰਜ ਜਿਹੜਾ ਲੋਹਾਰੇ ਤਰਖਾਣੇ ਦਾ ਉਹ ਵੀ ਕਰਦੇ ਨੇ। ਉਹਦੇ ਨਾਲ ਨਾਲ ਉਹ ਖੇਤੀਬਾੜੀ ਵੀ ਕਰਦੇ ਨੇ, ਪਸ਼ੂ ਵੀ ਰੱਖੇ ਹੋਏ ਨੇ, ਪਸ਼ੂਆਂ ਵਾਸਤੇ ਪੱਠੇ ਵਗੈਰਾ। ਇਹ 5 ਬੰਦਿਆਂ ਦਾ ਕੰਮ ਸਾਡਾ ਇਤਿਹਾਸਕਾਰ ਕਹਿੰਦਾ ਕਿ ਇਕੱਲੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਇਕੱਲੇ ਹੀ ਜਿਹੜੇ ਨੇ ਉਹ ਕਰਦੇ ਪਏ ਨੇ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਕਿਸੇ ਕਾਰਜ ਨੂੰ ਮਰਜ਼ੀ ਹੁੰਦੀ ਹੈ ਤਾਂ ਉਹ ਕਾਰਜ ਕਰਦੇ ਨੇ। ਇੱਥੋਂ ਤੱਕ ਵੀ ਇਤਿਹਾਸ ਕਹਿੰਦਾ ਜਿਹੜੇ ਉਹਨਾਂ ਦੇ ਸਾਂਝੀ ਨੇ, ਭਾਵ ਨਾਲ ਜਿਨ੍ਹਾਂ ਨੇ ਰਲ ਕੇ ਖੇਤੀ ਕੀਤੀ ਹੋਈ ਹੈ, ਸਾਂਝੀ ਨੇ ਜਿਹੜੇ ਨਾਲ, ਉਹ ਵੀ ਬਹੁਤਾ ਕੰਮ ਸਤਿਗੁਰੂ ਜੀ ਨੂੰ ਇਸ ਕਰਕੇ ਨਹੀਂ ਕਹਿੰਦੇ ਕਿ ਪਤਾ ਨਹੀਂ ਜੋ ਮੂੰਹ 'ਚੋਂ ਨਿਕਲ ਗਿਆ ਉਹ ਪੂਰਾ ਹੋ ਜਾਣਾ, ਇਸ ਕਰਕੇ ਉਹ ਬਹੁਤਾ ਕੰਮ ਵੀ ਇਸ ਕਰਕੇ ਸਤਿਗੁਰੂ ਜੀ ਨੂੰ ਨਹੀਂ ਕਹਿੰਦੇ। ਸਾਂਝੀ ਪੰਡ ਨਹੀਂ ਕਦੀ ਸਤਿਗੁਰੂ ਜੀ ਨੂੰ ਚੁਕਾਉਂਦੇ ਸਿਰ ਦੇ ਉੱਤੇ ਵੀ ਨਹੀਂ ਇਹ ਪੰਡ ਨਹੀਂ ਚੁਕਾਉਣੀ, ਇਸ ਤਰ੍ਹਾਂ ਦਾ ਵੀ ਜਿਹੜਾ ਹੈ ਆਉਂਦਾ। ਸਤਿਗੁਰੂ ਜੀ ਫਿਰੋਜ਼ਪੁਰ ਉੱਥੇ ਰਹਿੰਦੇ ਨੇ, ਉੱਥੇ ਗ੍ਰੰਥ ਸਾਹਿਬਾਂ ਦੇ ਭੋਗ ਵੀ ਜਿਹੜੇ ਨੇ ਉਹ ਪਾਏ ਜਾਂਦੇ ਨੇ, ਪਾਠ ਵੀ ਕੀਤੇ ਜਾਂਦੇ ਨੇ, ਭਜਨ ਬੰਦਗੀ ਵੀ ਹੁੰਦਾ, ਦੀਵਾਨ ਵੀ ਲੱਗਦੇ ਨੇ। ਉਹਦੇ ਨਾਲ ਨਾਲ ਜਿਹੜਾ ਉਹ ਛਾਉਣੀ ਦਾ ਕਾਰਜ ਹੈ, ਆਪਣਾ ਵਿਹਾਰ ਹੈ, ਉਹ ਵੀ ਉਹ ਕਰਦੇ ਜਾਂਦੇ ਨੇ। ਇੱਥੋਂ ਦੀ ਹੀ ਇੱਕ ਹੋਰ ਜਿਹੜੀ ਘਟਨਾ ਹੈ ਉਹ ਇਹ ਹੈ ਕਿ ਸਤਿਗੁਰੂ ਜੀ ਨਿਹਾਲ ਸਿੰਘ ਮਹਿਤਪੁਰ ਦਾ ਰਹਿਣ ਵਾਲਾ, ਉਹ ਸਤਿਗੁਰੂ ਜੀ ਨੂੰ ਮਿਲਦਾ ਅਤੇ ਅਰਜ਼ ਕਰਦਾ ਕਿ ਪਾਤਸ਼ਾਹ ਜੀ ਗਰੀਬੀ ਬੜੀ ਹੈ, ਗਰੀਬੀ ਇੰਨੀ ਹੈ ਕਿ ਸਵੇਰ ਦੀ ਰੋਟੀ ਖਾ ਲਈਏ ਅਤੇ ਰਾਤ ਦੀ ਰੋਟੀ ਦਾ ਫਿਕਰ ਹੁੰਦਾ ਹੈ ਕਿ ਹੁਣ ਕਿੱਥੋਂ ਆਵੇਗੀ, ਇੰਨੀ ਗਰੀਬੀ ਹੈ। ਅਤੇ ਕਈ ਵਾਰ ਤਾਂ ਕਈ ਡੰਗ ਜਿਹੜੇ ਨੇ ਉਹ ਇਸ ਤਰ੍ਹਾਂ ਹੀ ਕੜਾਕੇ ਦੇ ਲੰਘ ਜਾਂਦੇ ਨੇ, ਬਿਨਾਂ ਰੋਟੀ ਖਾਧਿਆਂ ਲੰਘ ਜਾਂਦੇ ਨੇ। ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨੂੰ ਆਉਂਦੇ ਨਿਹਾਲ ਸਿਆਂ ਧੰਨ ਬੜਾ, ਧੰਨ ਬੜਾ, ਤੇਰੇ ਤੋਂ ਸਾਂਭਿਆ ਨਹੀਂ ਜਾਣਾ ਇੰਨਾ ਧੰਨ ਆਉਣਾ, ਪਰ ਯਾਦ ਰੱਖੀ ਭੂਰਿਆਂ ਵਾਲਿਆਂ ਨਾਲ ਨਹੀਂ ਵਿਗਾੜਨੀ। ਸਤਿਗੁਰੂ ਜੀ ਇੱਥੇ ਉਹਦੇ ਨਾਲ ਬਚਨ ਕਰਦੇ ਨੇ, ਭੂਰਿਆਂ ਵਾਲਿਆਂ ਨਾਲ ਨਹੀਂ ਵਿਗਾੜਨੀ। ਇਹ ਬਚਨ ਆਉਣ ਵਾਲੇ ਸਮੇਂ ਦਾ ਹੈ, ਜਦੋਂ ਸਤਿਗੁਰੂ ਜੀ ਪੰਥ ਸਾਜਦੇ ਨੇ, ਉਦੋਂ ਬਾਅਦ ਸੋਧੀ ਸਿੰਘ ਨਿਕਲਦੇ ਨੇ, ਉਹ ਭੂਰੀਆਂ ਆਪਣੇ ਕੋਲ ਰੱਖਦੇ ਨੇ। ਵੈਸੇ ਸਿੱਖਾਂ ਦੇ ਵਿੱਚ ਇਹ ਪਹਿਲਾਂ ਹੀ ਪਰੰਪਰਾ ਹੈਗੀ ਸੀ। ਬਾਬਾ ਬੁੱਲੇ ਸ਼ਾਹ ਇੱਕ ਥਾਂ 'ਤੇ ਲਿਖਦੇ ਨੇ, ਜਦੋਂ ਟੁੱਟ ਭੱਜ ਹੋ ਰਹੀ ਹੈ, ਨਵਾਂ ਜਿਹੜਾ ਹੈ ਰਾਜ ਸਿੱਖਾਂ ਦਾ ਜਿਹੜਾ ਸਥਾਪਿਤ ਹੋਣ ਵੱਲ ਹੈ, ਤਾਂ ਉਦੋਂ ਇਹ ਗੱਲ ਕਹਿੰਦਾ ਹੈ ਬਾਬਾ ਬੁੱਲੇ ਸ਼ਾਹ ਕਿ ਮੁਗਲਾਂ ਜ਼ਹਿਰ ਪਿਆਲੇ ਪੀਤੇ, ਕਿਉਂਕਿ ਮੁਗਲ ਰਾਜ ਜਿਹੜਾ ਹੌਲੀ ਹੌਲੀ ਢਹਿ ਰਿਹਾ ਹੈ ਅਤੇ ਸਿੱਖ ਹੌਲੀ ਹੌਲੀ ਤਾਕਤ ਫੜ ਰਹੇ ਨੇ ਪੰਜਾਬ ਦੇ ਵਿੱਚ। ਉਹ ਕਹਿੰਦਾ ਮੁਗਲਾਂ ਜ਼ਹਿਰ ਪਿਆਲੇ ਪੀਤੇ ਅਤੇ ਭੂਰਿਆਂ ਵਾਲੇ ਰਾਜੇ ਕੀਤੇ। ਭੂਰਿਆਂ ਵਾਲੇ, ਉਹ ਸਿੱਖਾਂ ਵਾਸਤੇ ਇਹ ਸ਼ਬਦ ਵਰਤਦਾ, ਭੂਰਿਆਂ ਵਾਲੇ। ਆਮ ਜਿਹੜੇ ਸਨ ਉਹ ਭੂਰੇ ਕੋਲ ਰੱਖਣੇ, ਭੂਰੇ ਸ਼ਬਦ ਮਾਲਵੇ ਦੇ ਵਿੱਚ ਕੰਬਲ ਨੂੰ ਵੀ ਭੂਰਾ ਜਿਹੜਾ ਉਹ ਕਹਿੰਦੇ ਨੇ। ਬੋਰੀਆਂ ਦੇ ਉਹਨਾਂ ਨੇ ਗਲ ਵਿੱਚ ਪਾ ਕੇ, ਭਾਵ ਕਿ ਉਹ ਸੋਧੀ ਸਿੰਘ ਹੁੰਦੇ ਸਨ, ਮਰਿਆਦਾ ਰੱਖਣ ਵਾਲੇ ਸਿੰਘ ਹੁੰਦੇ ਸਨ, ਜਿਹੜੇ ਕਿਸੇ ਮਰਿਆਦਾ ਨੂੰ ਰੱਖਦੇ ਸਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨਿਹਾਲ ਸਿੰਘ ਨੂੰ ਬਚਨ ਕਰਦੇ, ਨਿਹਾਲ ਸਿੰਘਾ ਧਨ ਬੜਾ, ਧਨ ਬਹੁਤ ਆਵੇਗਾ, ਪਰ ਇੱਕ ਗੱਲ ਯਾਦ ਰੱਖੀ, ਭੂਰਿਆਂ ਵਾਲਿਆਂ ਨਾਲ ਨਹੀਂ ਵਿਗਾੜਨੀ। ਇਹ ਬਾਅਦ ਵਿੱਚ ਜਾ ਕੇ, ਕਿਉਂਕਿ ਇਸ ਲੜੀ ਦੇ ਵਿੱਚ ਸ਼ਾਇਦ ਇਹ ਬਚਨ ਨਾ ਆਵੇ, ਇਹ ਬਹੁਤ ਵੱਡਾ ਠੇਕੇਦਾਰ ਬਣਿਆ ਨਿਹਾਲ ਸਿੰਘ ਅਗਾਂਹ ਜਾ ਕੇ, ਅਤੇ ਬੜੇ ਵੱਡੇ ਠੇਕੇ ਇਹਨੇ ਲਏ, ਬੜਾ ਧਨ ਇਸ ਦੇ ਘਰ ਦੇ ਵਿੱਚ ਆਇਆ। ਜਦੋਂ ਧਨ ਆਇਆ ਤਾਂ ਧਨ ਜਿਹੜਾ ਹੈ ਉਹ ਜਦੋਂ ਪ੍ਰਭਤਾ ਮਨੁੱਖ ਦੇ ਕੋਲ ਆਉਂਦੀ ਹੈ ਅਤੇ ਕਿਤੇ ਨਾ ਕਿਤੇ ਮਨੁੱਖ ਦੇ ਅੰਦਰ ਜਿਹੜਾ ਹੰਕਾਰ ਵੀ ਆ ਜਾਂਦਾ ਹੈ। ਜੇ ਉਹਦੇ ਵਿੱਚ ਨਾ ਆਵੇ, ਜਿਹਨੇ ਪ੍ਰਾਪਤ ਕੀਤਾ, ਅੱਗੋਂ ਬੱਚਿਆਂ ਦੇ ਵਿੱਚ ਆ ਜਾਂਦਾ ਹੈ। ਇਸੇ ਤਰ੍ਹਾਂ ਹੀ ਇਹ ਨਿਹਾਲ ਸਿੰਘ ਦੇ ਲੜਕੇ ਦਾ
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅੱਗੋਂ ਪੰਥ ਸਾਜਣਗੇ। ਉੱਥੇ ਬਹੁਤ ਸਾਰੇ ਸਿੱਖ ਇਹਨਾਂ ਦੇ ਘਰ ਨਿਹਾਲ ਸਿੰਘ ਹੋਰਾਂ ਦੇ ਗਏ। ਬੜਾ ਵੱਡਾ ਮੇਲਾ ਹੋਇਆ। ਸੋਧੀਆਂ ਨੇ ਆਪਣਾ ਲੰਗਰ ਕੀਤਾ ਹੋਇਆ ਸੀ। ਚੌਂਕਾ ਜਿਹੜਾ ਸੀ ਉਹਦੇ ਉਹਨੂੰ ਪਵਿੱਤਰ ਕੀਤਾ ਹੋਇਆ ਸੀ ਅਤੇ ਉਹਦੇ ਵਿੱਚ ਉਹਨਾਂ ਨੇ ਲੰਗਰ ਬਣਾ ਰਹੇ ਸਨ। ਅਤੇ ਉਹਨਾਂ ਉਸੇ ਸਮੇਂ ਦੇ ਵਿੱਚ ਨਿਹਾਲ ਸਿੰਘ ਦਾ ਰਿਸ਼ਤੇਦਾਰ ਉਹ ਚੌਂਕੇ ਵੱਲ ਨੂੰ ਜਾਣ ਲੱਗਦਾ। ਇੱਕ ਸੋਧੀ ਸਿੰਘ ਉਹਨੂੰ ਰੋਕਦਾ, ਭਾਈ ਵੀ ਅੱਗੇ ਨਾ ਜਾਈ, ਅੱਗੇ ਸੋਧਦਾ। ਤਾਂ ਮੈਂ ਤਾਂ ਇਸ ਤਰ੍ਹਾਂ ਕਿਹਾ ਕਿ ਪਤਾ ਉਹਨੇ ਥੋੜ੍ਹਾ ਜਿਹਾ ਸਖਤ ਹੋ ਕੇ ਆਖਿਆ ਹੋਵੇਗਾ ਵੀ ਭਾਈ ਅੱਗੇ ਨਾ ਜਾਈ, ਅੱਗੇ ਜਿਹੜਾ ਸੋਧੀਆਂ ਦਾ ਕੰਮ ਹੈ। ਉਹਨੂੰ ਇਸ ਗੱਲ ਦਾ ਥੋੜ੍ਹਾ ਜਿਹਾ ਇਸ ਤਰ੍ਹਾਂ ਲੱਗਦਾ ਉਹਦੇ ਮੁੰਡੇ ਨੂੰ, ਨਿਹਾਲ ਸਿੰਘ ਦੇ ਨੂੰ, ਵੀ ਸਾਡਾ ਘਰ, ਸਾਡੇ ਪਦਾਰਥ ਅਤੇ ਇਹ ਬੰਦੇ ਆਣ ਕੇ ਬੈਠੇ ਨੇ ਅਤੇ ਸਾਨੂੰ ਹੀ ਕਹਿੰਦੇ ਨੇ ਚੌਂਕੇ ਵਿੱਚ ਨਾ ਵੜੋ। ਉਹਨੂੰ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਉਹ ਲੱਗਦਾ। ਉਹ ਆਂਦਾ ਵੀ ਸਾਡੇ ਘਰ ਆਣ ਕੇ ਤੁਸੀਂ ਬੈਠੇ ਹੋ, ਸਾਡੇ ਪਦਾਰਥ ਵਰਤੀ ਜਾਂਦੇ ਹੋ ਅਤੇ ਸਾਨੂੰ ਹੀ ਚੌਂਕੇ ਦੇ ਉੱਤੇ, ਸਾਨੂੰ ਹੀ ਚੌਂਕੇ 'ਚ ਵੜਨ ਨਹੀਂ ਦਿੰਦੇ, ਤਾਂ ਉਹ ਨਾਲੇ ਤੁਸੀਂ ਇਸ ਤਰ੍ਹਾਂ ਗਲਤ ਬੋਲਦੇ ਹੋ। ਤਾਂ ਉਹ ਇਸ ਗੱਲ ਦੇ ਉੱਤੇ ਉਹਨਾਂ ਭੂਰਿਆਂ ਵਾਲਿਆਂ ਨੂੰ, ਉਹਨਾਂ ਸੋਧੀ ਸਿੰਘਾਂ ਨੂੰ, ਉਹਨਾਂ ਨੂੰ ਆਪਣੇ ਘਰ ਦੇ ਵਿੱਚੋਂ ਕੱਢ ਦਿੰਦੇ ਨੇ ਅਤੇ ਉਹ ਨਾਰਾਜ਼ਗੀ ਜਿਹੜੀ ਹੈ ਹੋ ਜਾਂਦੀ ਹੈ। ਜਿਹੜੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਫਿਰੋਜ਼ਪੁਰ ਬਚਨ ਕਰਦੇ ਨੇ, ਭਾਈ ਭੂਰਿਆਂ ਵਾਲਿਆਂ ਨਾਲ ਨਾ ਵਿਗਾੜੀ, ਉਹ ਬਚਨ ਜਿਹੜਾ ਹੈ ਉਹ ਯਾਦ ਨਹੀਂ ਰਹਿੰਦਾ। ਉਹ ਰਿਸ਼ਤੇਦਾਰੀ ਦੇ ਵਿੱਚ ਪੈ ਕੇ ਉਹ ਬਚਨ ਯਾਦ ਨਹੀਂ ਰਹਿੰਦਾ। ਫਿਰ ਇਹ ਵੀ ਦਿਨ ਆਉਂਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਵਿੱਚ ਇਹ ਜ਼ਿਕਰ ਆਉਂਦਾ ਕਿ ਉਹ ਨਿਹਾਲ ਸਿੰਘ ਦੇ ਲੜਕੇ ਦਾ ਵਿਆਹ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜ਼ਿਕਰ ਕਰਦੇ ਨੇ ਉਹ ਉੱਥੋਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵਿਆਹ ਸੀ ਅਤੇ ਕਹਿੰਦੇ ਵੀ ਸਵੇਰੇ ਵਿਆਹ ਸੀ ਅਤੇ ਕੁੜਤਾ ਪਾਉਣ ਨੂੰ ਵੀ ਨਹੀਂ ਸੀ। ਜਿਹੜੇ ਨਿਹਾਲ ਸਿੰਘ ਦਾ ਕੰਮ ਬੜਾ ਵੱਡਾ ਠੇਕੇਦਾਰੀ ਦਾ ਸੀ, ਉਹ ਜਦੋਂ ਭੂਰਿਆਂ ਵਾਲਿਆਂ ਨਾਲ ਵਿਗੜ ਗਈ ਅਤੇ ਉਹ ਲੈਂਦਿਆਂ ਕੰਮ ਇੱਥੋਂ ਤੱਕ ਆ ਪਿਆ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹ ਸਵੇਰੇ ਵਿਆਹ ਸੀ ਅਤੇ ਕੁੜਤਾ ਵੀ ਹੈ ਨਹੀਂ ਸੀ ਪਾਉਣ ਵਾਸਤੇ ਵੀ ਸਵੇਰੇ ਪਾ ਕੇ ਆਨੰਦ ਕਾਰਜਾਂ 'ਤੇ ਬਹਿਣਾ। ਫਿਰ ਮੇਰਾ ਕੁੜਤਾ ਜਿਹੜਾ ਸੀ ਉਹਨੂੰ ਦਿੱਤਾ ਗਿਆ, ਉਸਦੇ ਲੜਕੇ ਨੂੰ ਦਿੱਤਾ ਗਿਆ ਅਤੇ ਉਸ ਜਿਹੜਾ ਸਵੇਰੇ ਸੀ ਆਨੰਦ ਕਾਰਜ ਹੋਇਆ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਇਸ ਫਿਰੋਜ਼ਪੁਰ ਦੇ ਵਿੱਚ ਵੀ ਦੀਵਾਨ ਲੱਗਦੇ ਨੇ। ਮਹਿਮਾ ਬਣੀ ਹੋਈ ਹੈ ਇਸ ਤਰ੍ਹਾਂ ਦਾ ਜਿਹੜਾ ਸਾਰਾ ਕਾਰਜ ਹੈ। ਇਸ ਤੋਂ ਅੱਗੇ ਜਿਹੜੀ ਹੈ ਸਾਖੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਵਾਪਸ ਭੈਣੀ ਸਾਹਿਬ ਆਉਣਾ ਅਤੇ ਪੰਥ ਖਾਲਸਾ ਜਿਹੜਾ ਹੈ ਉਹ ਸਾਜਣਾ। ਉਹ ਕਿਉਂਕਿ ਮੈਂ ਸੁਣਾਉਣਾ ਨਹੀਂ, ਭਗਤ ਸਿੰਘ ਨੇ ਸੁਣਾਉਣਾ ਹੈ ਉਹਦੇ ਬਾਰੇ, ਪੰਥ ਖਾਲਸੇ ਬਾਰੇ, ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਫਿਰ ਸੰਤ ਖਾਲਸਾ ਜਿਹੜਾ ਹੈ ਉਹ ਦੁਬਾਰਾ ਸਾਜਿਆ। ਇੰਨੀਆਂ ਕੁ ਅਰਜ਼ਾਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਕਾਂ। ਸਤਿ ਸ੍ਰੀ ਅਕਾਲ।